ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲੱਗ ਦੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਇੱਕ ਵਾਰ ਫੇਰ ਗੱਲਬਾਤ ਕਰਾਂਗਾ ਹਰਦੀਪ ਸਿੰਘ ਨਿੱਜਰ ਹੱਤਿਆਕਾਂਡ ਬਾਰੇ। ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਆਪਸੀ ਸੰਬੰਧਾਂ ਵਿੱਚ ਜਿਹੜੀ ਤਲਖੀ ਜਿਹੜਾ ਵਿਗਾੜ ਪਿਆ ਹੈ ਉਸ ਦੌਰ ਦੇ ਵਿੱਚ ਮਿਸ ਇਨਫੋਰਮੇਸ਼ਨ ਅਤੇ ਡਿਸਇਨਫੋਰਮੇਸ਼ਨ ਦਾ ਇੱਕ ਦੌਰ ਤੁਰ ਪਿਆ ਹੈ। ਦੋਵੇਂ ਮੁਲਕਾਂ ਹੀ ਨਹੀਂ ਬਲਕਿ ਦੁਨੀਆ ਦੇ ਕਈ ਹੋਰ ਮੁਲਕਾਂ ਦੇ ਬੜੇ ਜ਼ਿੰਮੇਵਾਰ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਪਬਲਿਸ਼ ਹੋ ਰਹੀਆਂ ਖਬਰਾਂ ਗਲਤ ਸਾਬਤ ਹੋ ਰਹੀਆਂ ਨੇ। ਅਨਸਬਸਟੈਂਸ਼ੀਏਟਿਡ ਰਿਪੋਰਟਸ ਨੂੰ ਮੀਡੀਆ ਡੋਮੇਨ ਦੇ ਵਿੱਚ ਆਪਣੇ ਮੁਫਾਦਾਂ ਕਰਕੇ ਲਿਆਂਦਾ ਜਾ ਰਿਹਾ ਹੈ। ਸੋ ਅੱਜ ਆਪਾਂ ਥੋੜਾ ਜਿਹਾ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਪਾਸੇ ਭਾਰਤ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਜਿਸ ਵਿੱਚ ਇੱਕ ਬਹੁਤ ਵੱਡਾ ਹਿੱਸਾ ਜਿਸ ਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ, ਉਸ ਵੱਲੋਂ ਇੱਕ ਵੱਖਰੇ ਕਿਸਮ ਦਾ ਨੈਰੇਟਿਵ ਤੋਰਿਆ ਗਿਆ ਤੇ ਅਜਿਹੀਆਂ ਖਬਰਾਂ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਨੇ ਜਿਸ ਵਿੱਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਪਿੱਛੇ ਪਾਕਿਸਤਾਨ ਦੀ ISI ਦਾ ਹੱਥ ਹੋਣ ਦੀ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ। ਕਿਉਂਕਿ ਹਰਦੀਪ ਸਿੰਘ ਨਿੱਜਰ ਹੋਣਾ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ, ਸੂਚਨਾ, ਅਸਲ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਪੜਤਾਲ ਜਿਹੜਾ ਕਤਲ ਹੋਇਆ 18 ਜੂਨ ਨੂੰ ਰਾਤ 8:27 ਦੇ ਉੱਤੇ ਜਿਹੜੀ ਜਾਣਕਾਰੀ RCMP ਨੂੰ ਮਿਲਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਦੇ ਨਾਲ ਛਲਣੀ ਪਾਉਂਦੀ ਹੈ। ਉਸ ਤੋਂ ਬਾਅਦ ਮਾਮਲੇ ਦੀ ਜਿੰਨੀ ਵੀ ਇਨਵੈਸਟੀਗੇਸ਼ਨ ਹੋਈ ਹੈ ਉਸ ਵਿੱਚ ਬੜੀ ਸੀਮਿਤ ਪੱਧਰ ਦੀ ਇਨਫੋਰਮੇਸ਼ਨ ਅਜੇ ਤੱਕ ਜਾਰੀ ਕੀਤੀ ਗਈ ਹੈ। ਆਪਾਂ ਇਹ ਵੀ ਮੰਨ ਸਕਦੇ ਹਾਂ ਕਿ ਤਫਤੀਸ਼ ਬਹੁਤ ਹੀ ਸੀਮਿਤ ਪੱਧਰ ਤੱਕ ਪਹੁੰਚੀ ਹੈ, ਲੇਕਿਨ ਇਹ ਵੀ ਪੋਸੀਬਲ ਹੈ ਕਿ ਬਹੁਤ ਸੀ ਜਾਣਕਾਰੀ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਲਿਆਂਦੀ ਇਸ ਵਾਸਤੇ ਨਾ ਗਈ ਹੋਵੇ ਕਿਉਂਕਿ ਇਨਵੈਸਟੀਗੇਸ਼ਨ ਆਨਗੋਇੰਗ ਹੈ। ਜ਼ਿਆਦਾ ਤੱਥਾਂ ਦੇ ਪ੍ਰਕਾਸ਼ਿਤ ਜਾਂ ਪਬਲਿਸ਼ ਹੋਣ ਦੀ ਸਥਿਤੀ ਦੇ ਵਿੱਚ ਇਨਵੈਸਟੀਗੇਸ਼ਨ ਉੱਤੇ ਅਸਰ ਪੈ ਸਕਦਾ ਹੈ। ਤਾਂ ਕੈਨੇਡੀਅਨ ਜਿਹੜੀ ਜਾਂਚ ਏਜੰਸੀਆਂ ਹੈਗੀਆਂ ਨੇ, ਖਾਸ ਕਰਕੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ, ਦੇ ਮਾਈਟ ਬੀ ਵੈਰੀ ਕੌਸ਼ੀਅਸ ਇਨ ਵਾਟ ਦੇ ਲੈਟ ਆਊਟ, ਯਾਨੀ ਕਿ ਮੀਡੀਆ ਨੂੰ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਜਾਣਕਾਰੀ ਉਹ ਲੈ ਕੇ ਆਉਂਦੇ ਨੇ, ਇਸ ਬਾਰੇ ਜਿੰਨੀਆਂ ਵੀ ਅਜੇ ਤੱਕ 3 ਜਾਂ 4 ਦੇ ਆਸ-ਪਾਸ ਬਰੀਫਿੰਗਸ ਹੋਈਆਂ ਨੇ ਉਸ ਵਿੱਚ ਆਈਹਿਟ ਨੇ ਮੋਟੀ ਗੱਲ ਉਸ ਰੂਟ ਮੈਪ ਨੂੰ ਸ਼ੇਅਰ ਕੀਤਾ ਹੈ ਜਿਸ ਨੂੰ ਕਿ ਐਸਕੇਪ ਲਈ ਹਮਲਾਵਰਾਂ ਨੇ ਹਰਦੀਪ ਸਿੰਘ ਨਿੱਜਰ ਉੱਤੇ ਸਕਾਟ ਰੋਡ ਉੱਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਤੇ ਕੰਪਾਊਂਡ ਦੇ ਵਿੱਚ ਜਿਹੜਾ ਹਮਲਾ ਉਹਨਾਂ ਤੇ ਹੋਇਆ, ਉਸ ਹਮਲੇ ਨੂੰ ਕਰਨ ਤੋਂ ਬਾਅਦ ਭੱਜਣ ਲਈ ਤੇ ਫਰਾਰ ਹੋਣ ਲਈ ਵਰਤਿਆ। ਸੋ ਉਸ ਮੈਪ ਤੋਂ ਇਲਾਵਾ ਇੱਕ ਟੋਇਟਾ ਕੈਮਰੀ ਕਾਰ ਜਿਹੜੀ ਹੈਗੀ ਹੈ ਸਿਲਵਰ ਰੰਗ ਦੀ, ਉਸ ਦਾ ਇੱਕ ਵੀਡੀਓ ਗ੍ਰੈਬ CCTV ਗ੍ਰੈਬ ਜਾਰੀ ਕੀਤਾ ਗਿਆ ਹੈ। ਹੋਰ ਕੋਈ ਵੀ ਅਧਿਕਾਰਤ ਵੇਰਵਾ ਇਸ ਬਾਰੇ ਕਿੰਨੇ ਸ਼ੂਟਰ ਸਨ, ਕਿਹੜੇ ਹਥਿਆਰ ਵਰਤੇ ਗਏ, ਕਿਸ ਤਰੀਕੇ ਦੀ ਪੂਰੀ ਪਲੈਨਿੰਗ ਤੇ ਸਾਜ਼ਿਸ਼ ਸੀ, ਇਸ ਬਾਰੇ ਕੋਈ ਵੇਰਵਾ ਨਹੀਂ ਹੈ। ਮੋਟੇ ਤੌਰ ਦੇ ਉੱਤੇ ਜਾਂਚਕਰਤਾਵਾਂ ਨੇ ਆਈਹਿਟ ਨੇ ਇਹੀ ਦੱਸਿਆ ਕਿ ਪੋਸੀਬਲੀ 3 ਲੋਕ ਹੋ ਸਕਦੇ ਨੇ। 2 ਲੋਕਾਂ ਨੇ ਹਮਲਾ ਕੀਤਾ, ਯਾਨੀ ਕਿ ਗੋਲੀਆਂ ਹਰਦੀਪ ਸਿੰਘ ਨਿੱਜਰ ਉੱਤੇ ਚਲਾਈਆਂ ਗੁਰਦੁਆਰੇ ਦੇ ਕੰਪਾਊਂਡ ਦੇ ਵਿੱਚ ਤੇ ਉਸ ਤੋਂ ਬਾਅਦ ਫਰਾਰ ਹੋਏ, ਜਿਸ ਤੋਂ ਬਾਅਦ ਕਿ ਇੱਕ ਹੋਰ ਗੈਟਵੇ ਵਹੀਕਲ ਯਾਨੀ ਕਿ ਉਹੀ ਸਿਲਵਰ ਰੰਗ ਦੀ ਜਿਹੜੀ ਟੋਇਟਾ ਕੈਮਰੀ ਕਾਰ ਸੀ ਉਸ ਦੇ ਵਿੱਚ ਬੈਠ ਕੇ ਉਹ ਭੱਜਣ ਦੇ ਵਿੱਚ ਫਰਾਰ ਹੋਏ। ਸੋ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਹੈ, ਲੇਕਿਨ ਹੋ ਇਹ ਰਿਹਾ ਹੈ ਕਿ ਭਾਰਤ ਦਾ ਮੀਡੀਆ ਇੱਕ ਵੱਖਰੇ ਤਰੀਕੇ ਦੀਆਂ ਖਬਰਾਂ ਦੇ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵਿੱਚ ਵੀ ਇਨਫੈਕਟ CBC ਦਾ ਆਪਾਂ ਜ਼ਿਕਰ ਆਪਣੀ ਪਿਛਲੀ ਰਿਪੋਰਟ ਵਿੱਚ ਕੀਤਾ ਸੀ, ਜ਼ਿੰਮੇਦਾਰ ਪਬਲਿਕ ਬ੍ਰਾਡਕਾਸਟਰ ਵੱਲੋਂ ਵੀ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਉਹ ਸੋਰਸ ਰਿਪੋਰਟਸ ਆ ਰਹੀਆਂ ਨੇ। ਹੁਣ ਬਹੁਤ ਸੇ ਲੋਕ ਇੱਥੇ ਰੀਜ਼ਨ ਕਰਦੇ ਨੇ, ਕੁਐਸਚਨ ਕਰਦੇ ਨੇ, ਕੁਝ ਹੱਦ ਤੱਕ ਚੀਜ਼ਾਂ ਉਹ ਰੀਜ਼ਨੇਬਲ ਲੱਗਦੀਆਂ ਵੀ ਨੇ, ਲੇਕਿਨ ਐਡੇ ਸੈਂਸਿਟਿਵ ਮਰਡਰ ਕੇਸ ਦੇ ਵਿੱਚ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਦੋਵੇਂ ਮੁਲਕਾਂ ਦੇ ਸੰਬੰਧ ਇਸ ਲੈਵਲ ਦੇ ਉੱਤੇ ਹੇਠਾਂ ਆ ਚੁੱਕੇ ਨੇ, ਨਿਗਾਰ ਉਹਨਾਂ ਦੇ ਵਿੱਚ ਆ ਚੁੱਕਾ ਹੈ, ਐਡੇ ਵੱਡੇ ਦੂਸ਼ਣ ਭਾਰਤ ਦੇ ਉੱਤੇ ਲੱਗ ਚੁੱਕੇ ਨੇ, ਉਸ ਕੇਸ ਦੀ ਪੜਤਾਲ ਦੇ ਮੁਤਲਕ ਬਹੁਤ ਹੀ ਸੀਮਿਤ ਜਾਣਕਾਰੀ ਦੇਣਾ ਵੀ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਵਾਸ਼ਿੰਗਟਨ ਪੋਸਟ ਵੱਲੋਂ 1.5 ਦਿਨ ਪਹਿਲਾਂ ਜਿਹੜੇ ਇੱਕ ਪਬਲਿਸ਼ ਕੀਤਾ ਗਿਆ ਆਰਟੀਕਲ ਹੈ, ਇੱਕ ਜਿਹੜੀ ਖਬਰ ਖੁਲਾਸਾ ਆਪਾਂ ਕਹਿ ਸਕਦੇ ਹਾਂ ਕਿ ਪਹਿਲਾ ਅਜਿਹਾ ਵੇਰਵਾ ਜੋ ਕਿ ਕਿਸੇ ਅਖਬਾਰ ਜਾਂ ਕਿਸੇ ਰਸਾਲੇ ਨੇ ਅਟੈਂਪਟ ਕੀਤਾ। ਵਾਸ਼ਿੰਗਟਨ ਪੋਸਟ ਵੱਲੋਂ ਦਿੱਤੀ ਗਈ ਇਸ ਆਰਟੀਕਲ ਦੀ ਜਾਣਕਾਰੀ ਦੇ ਮੁਤਾਬਕ ਜੋ ਵੇਰਵੇ ਦਿੱਤੇ ਗਏ ਨੇ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਹਾਲਾਂਕਿ ਇਹ ਸਾਰੇ ਵੇਰਵਿਆਂ ਨੂੰ ਸਬਸਟੈਂਸ਼ੀਏਟ ਇਸ ਵਾਸਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ 2 ਵੱਡੇ ਫੈਕਟਸ ਆਲਰੇਡੀ ਸਰੀ RCMP ਨੇ ਡਿਨਾਈ ਕਰਤੇ ਨੇ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਰਿਪੋਰਟ ਦੇ ਬਣਨ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਅਜੇ ਤੱਕ ਜਾਰੀ ਨਹੀਂ ਕੀਤੀ ਹੈ, ਨਾ ਤਾਂ ਉਹਨਾਂ ਨੇ ਐਗਰੀ ਕੀਤਾ ਨਾ ਡਿਸਐਗਰੀ ਕੀਤਾ। ਲੇਕਿਨ ਆਪਾਂ ਪਹਿਲਾਂ ਇਹ ਦੱਸ ਦਿੰਦੇ ਹਾਂ ਕਿ ਪਹਿਲਾ ਅਜਿਹਾ ਰਸਾਲਾ ਜਿਹਨੇ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੀ ਵਾਰਦਾਤ ਦੇ ਬਾਰੇ ਇੱਕ ਡਿਸਕ੍ਰਿਪਸ਼ਨ ਦਿੱਤੀ ਹੈ, ਉਹ ਡਿਸਕ੍ਰਿਪਸ਼ਨ ਹੈ ਕਿ ਮੋਟੇ ਤੌਰ ਤੇ ਦੱਸਦੇ ਨੇ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਜੋ ਕਿ 120 ਯਾਨੀ ਕਿ ਸਕਾਟ ਰੋਡ ਉੱਤੇ ਸਥਿਤ ਹੈ, ਉਸਦੇ ਪਾਰਕਿੰਗ ਲੋਟ ਦੇ ਵਿੱਚੋਂ ਜਦੋਂ ਗੱਡੀ ਕੱਢਣ ਦੀ ਆਪਣਾ ਗ੍ਰੇ ਰੰਗ ਦਾ ਪਿਕਅਪ ਟਰੱਕ ਹਰਦੀਪ ਸਿੰਘ ਨਿੱਜਰ ਜੋ ਕਿ ਟਰੱਕ ਨੂੰ ਡਰਾਈਵ ਕਰ ਰਹੇ ਹੁੰਦੇ ਨੇ ਉਹ ਕੱਢਦੇ ਨੇ, ਬੈਕ ਕਰਦੇ ਨੇ। ਪੈਰਲਲੀ ਸਾਈਮਲਟੇਨੀਅਸਲੀ ਉਹਨਾਂ ਦੇ ਨਾਲ ਇੱਕ ਹੋਰ ਗੱਡੀ ਖੜੀ ਹੁੰਦੀ ਹੈ ਜੋ ਬੈਕ ਹੁੰਦੀ ਹੈ। ਦੋਵੇਂ ਗੱਡੀਆਂ ਇੱਕ ਦਿਸ਼ਾ ਵੱਲ ਇੱਕ ਐਗਜ਼ਿਟ ਵੱਲ ਵਧਣਾ ਸ਼ੁਰੂ ਹੁੰਦੀਆਂ ਨੇ, ਜਿਸ ਦੌਰਾਨ ਇਹ ਜਿਹੜੀ ਗੱਡੀ ਹੈ ਜੋ ਕਿ ਚੇਸ ਕਰ ਰਹੀ ਹੁੰਦੀ ਹੈ ਇਹ ਨਾਲ ਗੱਡੀ ਲਾ ਕੇ ਹਰਦੀਪ ਸਿੰਘ ਨਿੱਜਰ ਨੂੰ ਓਵਰਟੇਕ ਕਰਦੀ ਹੈ। ਪੋਸੀਬਲੀ ਉਸਦੇ ਨਾਲ ਕੁਝ ਸਮਾਂ ਪੈਰਲਲੀ ਵੀ ਚੱਲਦੀ ਹੈ, ਜਿਸ ਤੋਂ ਬਾਅਦ ਕਿ ਅੱਗੇ ਜਾ ਕੇ ਹਰਦੀਪ ਸਿੰਘ ਨਿੱਜਰ ਦੇ ਟਰੱਕ ਨੂੰ ਬਲੌਕ ਕਰ ਲਿਆ ਜਾਂਦਾ ਹੈ।
ਇਹ ਜਿਹੜਾ ਬਲੌਕ ਕੀਤਾ ਜਾਂਦਾ ਹੈ, ਇਸ ਵਾਸ਼ਿੰਗਟਨ ਪੋਸਟ ਦੇ ਖੁਲਾਸੇ ਦੇ ਮੁਤਾਬਕ ਇੱਕ ਤਰੀਕਾ ਸੀ, ਜਿਸ ਤੋਂ ਬਾਅਦ ਨਾਲ ਹੀ ਪੈਦਲ ਕੁਝ ਅਜਿਹੇ ਹਮਲਾਵਰ, 2 ਹਮਲਾਵਰ ਦੱਸੇ ਜਾਂਦੇ ਨੇ ਜਿਨ੍ਹਾਂ ਨੇ ਕਿ ਹੂਡੀਜ਼ ਵਗੈਰਾ ਪਾਈਆਂ ਹੋਈਆਂ ਸਨ, ਮਾਸਕ ਵਗੈਰਾ ਪਾ ਕੇ ਆਪਣੇ ਚਿਹਰੇ ਢਕੇ ਹੋਏ ਸਨ, ਉਹਨਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ। ਵਾਸ਼ਿੰਗਟਨ ਪੋਸਟ ਇਹ ਵੀ ਦੱਸਦੀ ਹੈ ਕਿ ਤਕਰੀਬਨ 50 ਤੋਂ ਵੱਧ ਗੋਲੀਆਂ ਬਹੁਤ ਹੀ ਘੱਟ ਕੁਝ ਸੈਕਿੰਡਾਂ ਦੇ ਵਿੱਚ ਫਾਇਰ ਕੀਤੀਆਂ ਗਈਆਂ, ਜਿਸ ਵਿੱਚੋਂ 34 ਗੋਲੀਆਂ ਹਰਦੀਪ ਸਿੰਘ ਨਿੱਜਰ ਨੂੰ ਲੱਗੀਆਂ। ਇਸ ਦਾ ਮਤਲਬ ਇਹ ਹੈ, ਕਿਉਂਕਿ ਸਾਰਾ ਦਾ ਸਾਰਾ ਵੇਰਵਾ ਵਾਸ਼ਿੰਗਟਨ ਪੋਸਟ ਜਾਰੀ ਕਰ ਰਿਹਾ ਹੈ, ਆਈਹਿਟ ਨੇ ਯਾਨੀ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਇਨਵੈਸਟੀਗੇਸ਼ਨ ਟੀਮ ਨੇ ਵੇਰਵਾ ਜਾਰੀ ਨਹੀਂ ਕੀਤਾ ਹੈ। ਉਹਨਾਂ ਨੇ ਕੋਈ ਡਿਸਕ੍ਰਿਪਸ਼ਨ ਜਾਰੀ ਨਹੀਂ ਕੀਤਾ ਹੈ ਕੀ ਹੁਲੀਆ ਹੈ, ਜਿਹੜੇ ਹਮਲਾਵਰ ਪੋਸੀਬਲ ਰਹੇ ਹੋ ਸਕਦੇ ਨੇ, ਇਸ ਤਰੀਕੇ ਦੀ ਕੋਈ ਸੀਸੀਟੀਵੀ ਫੁਟੇਜ ਚੋਂ ਕਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਮਿਲੀ, ਕੀ ਕੋਈ ਦੂਸਰਾ ਵਹੀਕਲ ਇਨਵੋਲਵ ਸੀ, ਕਿਉਂਕਿ ਇੱਕ ਗੱਡੀ ਸਿਲਵਰ ਟੋਇਟਾ ਕੈਮਰੀ ਦਾ ਜ਼ਿਕਰ ਕੀਤਾ ਗਿਆ, ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ, ਲੇਕਿਨ ਇਹ ਜਿਹੜੀ ਗੱਡੀ ਦਾ ਜ਼ਿਕਰ ਵਾਸ਼ਿੰਗਟਨ ਪੋਸਟ ਦੀ ਇਸ ਖੁਲਾਸੇ ਦੇ ਵਿੱਚ, ਇਸ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ, ਇਸ ਦਾ ਕੋਈ ਵੀ ਵੇਰਵਾ ਅਜੇ ਤੱਕ ਆਈਹਿਟ ਨੇ ਸਾਂਝਾ ਨਹੀਂ ਸੀ ਕੀਤਾ। ਸੋ ਮੁੱਢਲੇ ਤੌਰ ਤੇ ਤਕਰੀਬਨ ਜਿਹੜੀਆਂ 34 ਦੇ ਆਸ-ਪਾਸ ਗੋਲੀਆਂ ਹਰਦੀਪ ਨਿੱਜਰ ਨੂੰ ਵੱਜੀਆਂ ਦੱਸੀਆਂ ਜਾਂਦੀਆਂ ਨੇ, ਉਹ ਬਹੁਤ ਹੀ ਸੋਫਿਸਟੀਕੇਟਡ ਵੈਪਨ, ਆਟੋਮੈਟਿਕ ਜਾਂ ਸੈਮੀ ਆਟੋਮੈਟਿਕ ਵੈਪਨਸ ਚੋਂ ਚੱਲੀਆਂ ਹੋ ਸਕਦੀਆਂ ਨੇ। ਜਿਸ ਤਰੀਕੇ ਤੇ ਜਿਸ ਅਨੁਪਾਤ ਦੇ ਵਿੱਚ ਇਸ ਫਾਇਰਿੰਗ ਦਾ ਜਿਹੜਾ ਰੇਂਜ ਦੱਸੀ ਜਾ ਰਹੀ ਹੈ, ਤੇ ਬਹੁਤ ਕੁਝ ਸਕਿੰਟਾਂ ਦੇ ਵਿੱਚ ਇੰਨੀਆਂ ਗੋਲੀਆਂ ਚਲਾਣਾ, ਉਸ ਦਾ ਮਤਲਬ ਇਹ ਹੈ ਕਿ ਇਹਨਾਂ ਕੋਲ ਬਹੁਤ ਹੀ ਆਲਾ ਦਰਜੇ ਦੇ ਯਾਨੀ ਕਿ ਹਾਈ ਕੈਲੀਬਰ ਦੇ ਵੈਪਨ ਸਨ ਜਿਹੜੇ ਵੀ ਹਮਲਾਵਰ ਆਏ ਸਨ। ਬਹਰਹਾਲ ਇਹ ਤਾਂ ਹੋ ਗਿਆ ਵਾਸ਼ਿੰਗਟਨ ਪੋਸਟ ਦਾ ਖੁਲਾਸਾ, ਲੇਕਿਨ ਇਸ ਖੁਲਾਸੇ ਦੇ ਵਿੱਚ ਜਿਹੜੀਆਂ 3 ਬਹੁਤ ਵੱਡੀਆਂ ਗੱਲਾਂ ਕਹੀਆਂ ਗਈਆਂ, ਉਹ ਇੱਥੋਂ ਦੀਆਂ ਜਾਂਚ ਏਜੰਸੀਆਂ ਜਾਂ ਫਿਰ ਜਿਹੜੇ ਫਸਟ ਰਿਸਪੌਂਡਰਸ ਹੁੰਦੇ ਨੇ, ਕਿਸੇ ਵੀ ਘਟਨਾ ਤੋਂ ਬਾਅਦ ਕਿੰਨੀ ਦੇਰ ਦੇ ਵਿੱਚ ਪੁਲਿਸ ਰਿਐਕਟ ਕਰਦੀ ਹੈ, ਉਹਨਾਂ ਦੀ ਟੀਮਾਂ ਵੱਲੋਂ ਮੌਕੇ ਵਾਰਦਾਤ ਤੇ ਪਹੁੰਚਿਆ ਜਾਂਦਾ ਹੈ, ਕਾਰਵਾਈ ਇਨਵੈਸਟੀਗੇਸ਼ਨ ਅੱਗੇ ਤੋਰੀ ਜਾਂਦੀ ਹੈ, ਉਸ ਨੂੰ ਲੈ ਕੇ ਇੱਕ ਬਹੁਤ ਹੀ ਡੈਮਿੰਗ ਰਿਪੋਰਟ ਹੈ, ਬਹੁਤ ਹੀ ਕ੍ਰਿਟੀਕਲ ਰਿਪੋਰਟ ਹੈ, ਜਿਸ ਵਿੱਚ ਪਹਿਲਾ ਦਾਵਾ ਇਹ ਕੀਤਾ ਗਿਆ, ਵਾਸ਼ਿੰਗਟਨ ਪੋਸਟ ਦੀ ਮੈਂ ਰਿਪੋਰਟ ਦਾ ਜ਼ਿਕਰ ਕਰ ਰਿਹਾ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਿਹੜੀ ਜਾਣਕਾਰੀ 911 ਕਾਲ ਉੱਤੇ 8:27 ਤੇ ਆਈ ਸੀ, ਲੇਕਿਨ ਉਸ ਥਾਂ ਤੇ ਘਟਨਾ ਮੌਕੇ ਵਾਰਦਾਤ ਉੱਤੇ ਪਹੁੰਚਣ ਲਈ ਆਰਸੀਐਮਪੀ ਨੇ, ਸਰੀ ਆਰਸੀਐਮਪੀ ਦੀ ਟੀਮਾਂ, ਫਸਟ ਰਿਸਪੌਂਡਰਸ ਨੇ 20 ਮਿੰਟ ਦਾ ਸਮਾਂ ਲਿਆ। ਇਸ ਫੈਕਟ ਨੂੰ ਡਿਨਾਈ ਕੀਤਾ ਹੈ। ਸਰੀ ਆਰਸੀਐਮਪੀ ਨੇ ਕਿਹਾ ਹੈ ਕਿ ਇਹ ਇੱਕ ਮਿਸ ਇਨਫੋਰਮੇਸ਼ਨ ਹੈ, ਯਾਨੀ ਕਿ ਗਲਤ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ। ਦੂਸਰਾ ਜਿਹੜਾ ਤੱਥ ਇਸ ਵਾਸ਼ਿੰਗਟਨ ਪੋਸਟ ਦੇ ਵਿੱਚ ਛਾਪਿਆ ਗਿਆ, ਦਾਵਾ ਕੀਤਾ ਗਿਆ, ਉਸ ਨੂੰ ਵੀ ਆਰਸੀਐਮਪੀ ਨੇ ਡਿਨਾਈ ਕੀਤਾ ਹੈ। ਦਾਵਾ ਇਹ ਕੀਤਾ ਗਿਆ ਵਾਸ਼ਿੰਗਟਨ ਪੋਸਟ ਦੇ ਇਸ ਖੁਲਾਸੇ ਦੇ ਵਿੱਚ ਕਿ ਸਰੀ ਪੁਲਿਸ ਤੇ ਆਰਸੀਐਮਪੀ, ਇਹ ਦੱਸਦੀ ਵੀ ਸਰੀ ਇੱਕ ਮਿਊਨਿਸਪੈਲਿਟੀ ਹੈ। ਸੋ ਇਸ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ ਤੇ ਹੋਰ ਕੈਨੇਡਾ ਦੇ ਜਿੰਨੇ ਵੀ ਸਟੇਟਸ ਹੈਗੇ ਨੇ, ਪ੍ਰੋਵਿੰਸਸ ਹੈਗੇ ਨੇ, ਉਹਨਾਂ ਦੇ ਵਿੱਚ ਮਿਊਨਿਸਪੈਲਿਟੀਜ਼ ਹੁੰਦੀਆਂ ਨੇ, ਤੇ ਮਿਊਨਿਸਪੈਲਿਟੀਜ਼ ਦੀਆਂ ਆਪਣੀਆਂ ਲੋਕਲ ਗਵਰਨਮੈਂਟਸ ਹੁੰਦੀਆਂ ਨੇ, ਤੇ ਕਈ ਮਿਊਨਿਸਪੈਲਿਟੀਜ਼ ਦੇ ਵਿੱਚ ਆਪਣੀਆਂ ਲੋਕਲ ਪੁਲਿਸਸ ਹੁੰਦੀਆਂ ਨੇ, ਜਿਨ੍ਹਾਂ ਨੂੰ ਮਿਊਨਿਸਪਲ ਪੁਲਿਸ ਕਿਹਾ ਜਾਂਦਾ ਹੈ, ਤੇ ਕਈ ਅਜਿਹੀ ਮਿਊਨਿਸਪੈਲਿਟੀਜ਼ ਨੇ ਜੋ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਯਾਨੀ ਕਿ ਫੈਡਰਲ ਆਰਸੀਐਮਪੀ ਤੇ ਉਸ ਦੀਆਂ ਜਿਹੜੀਆਂ ਡਿਟੈਚਮੈਂਟਸ ਪ੍ਰੋਵਿੰਸਸ ਦੇ ਵਿੱਚ ਜਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਤੈਨਾਤ ਨੇ, ਉਹਨਾਂ ਨੂੰ ਠੇਕੇ ਤੇ ਲੈ ਕੇ ਪੁਲਿਸਿੰਗ ਕਰਵਾਉਂਦੀ ਹੈ। ਹੁਣ ਸਰੀ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਇਹ ਰੇੜਕਾ ਚੱਲਦਾ ਪਿਆ ਹੈ ਕਿ ਸ਼ਹਿਰ ਦੇ ਵਿੱਚ ਨਵੀਂ ਮਿਊਨਿਸਪਲ ਫੋਰਸ, ਜਿਸ ਦੀ ਟ੍ਰਾਂਜੀਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਚੁੱਕਾ ਹੈ, ਉਸ ਨੂੰ ਅੱਗੇ ਵਧਾਇਆ ਜਾਵੇ, ਯਾਨੀ ਕਿ ਪ੍ਰੋਸੈਸ ਨੂੰ, ਤਬਦੀਲੀ ਨੂੰ ਅੱਗੇ ਵਧਾਇਆ ਜਾਵੇ, ਜਾਂ ਫਿਰ ਡਿਟੈਚਮੈਂਟ ਯਾਨੀ ਕਿ ਆਰਸੀਐਮਪੀ ਨੂੰ ਬਰਕਰਾਰ ਰੱਖਿਆ ਜਾਏ। ਮੌਜੂਦਾ ਮੇਅਰ ਤੇ ਮੌਜੂਦਾ ਜਿਹੜੀ ਕਾਉਂਸਲ ਹੈ, ਉਹ ਆਰਸੀਐਮਪੀ ਦੇ ਹੱਕ ਵਿੱਚ ਹੈ, ਰੱਖਣਾ ਚਾਹੁੰਦੇ ਨੇ, ਲੇਕਿਨ ਸੂਬਾ ਸਰਕਾਰ ਨੇ, ਪ੍ਰੋਵਿੰਸ ਨੇ ਇਹ ਫੈਸਲਾ ਲੈ ਲਿਆ ਕਿ ਆਰਸੀਐਮਪੀ ਨਹੀਂ ਬਲਕਿ ਮਿਊਨਿਸਪਲ ਫੋਰਸ ਸਰੀ ਦੇ ਵਿੱਚ ਕੰਮ ਕਰੇਗੀ। ਸੋ ਇਸ ਤਰੀਕੇ ਦੇ ਰੇੜਕੇ ਤੇ ਚੱਲਦਿਆਂ ਹੋਇਆਂ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਦੂਜਾ ਤੱਥ ਰੱਖਦਾ ਹੈ ਕਿ ਆਪਸ ਦੇ ਵਿੱਚ ਜਿਹੜਾ ਜੁਰਿਸਡਿਕਸ਼ਨਲ ਕਲੈਸ਼ ਸੀ, ਯਾਨੀ ਕਿ ਅਧਿਕਾਰ ਖੇਤਰ ਕਿਹਦਾ ਹੈ, ਉਸ ਨੂੰ ਲੈ ਕੇ ਬਹੁਤ ਹੀ ਸਮਾਂ ਵੇਸਟ ਹੋਇਆ, ਯਾਨੀ ਕਿ ਹੱਤਿਆਕਾਂਡ ਤੋਂ ਬਾਅਦ। ਇਹ ਵੀ ਕੋਰਾ ਝੂਠ ਹੈ, ਤੇ ਇਹ ਪ੍ਰਾਈਮ ਫੇਸਾਈ ਝੂਠ ਲੱਗਦਾ ਹੈ, ਗਲਤ ਖਬਰ ਹੈ, ਮਿਸ ਇਨਫੋਰਮੇਸ਼ਨ ਹੈ, ਕਿਉਂਕਿ ਸਰੀ ਆਰਸੀਐਮਪੀ ਤੇ ਸਰੀ ਪੁਲਿਸ ਨੂੰ ਦੇ ਵਿੱਚ ਆਪਸ ਦੇ ਵਿੱਚ ਰੇੜਕਾ, ਉਹਨਾਂ ਨੂੰ ਕਿਹੜੀ ਪੁਲਿਸ ਰੱਖਣੀ ਹੈ ਨਹੀਂ ਰੱਖਣੀ, ਉਸ ਨੂੰ ਲੈ ਕੇ ਰੇੜਕਾ ਤਾਂ ਚੱਲਦਾ ਪਿਆ, ਲੇਕਿਨ ਆਪਰੇਸ਼ਨਲ ਲੈਵਲ ਦੇ ਉੱਤੇ ਸਰੀ ਵਿੱਚ ਆਰਸੀਐਮਪੀ ਪੂਰੇ ਤਰੀਕੇ ਦੇ ਨਾਲ ਕੰਟਰੋਲ ਦੇ ਵਿੱਚ ਹੈ। ਈਵਨ ਜਿਹੜੇ ਸਰੀ ਪੁਲਿਸ ਦੇ ਕੁਝ ਪਾਰਸ਼ਲ ਜਿਹੜੀ ਵਰਕ ਫੋਰਸ ਹੈ, ਜਿਸ ਨੂੰ ਕਿ ਆਰਸੀਐਮਪੀ ਦੇ ਤਹਿਤ ਤੈਨਾਤ ਕੀਤਾ ਗਿਆ ਹੈ, ਉਹ ਟੋਟਲੀ ਕਮਾਂਡ, ਇੱਕ ਹੀ ਕਮਾਂਡ ਯਾਨੀ ਕਿ ਆਰਸੀਐਮਪੀ ਨੂੰ ਰਿਪੋਰਟ ਕਰਦੇ ਨੇ। ਸੋ ਇਸ ਤਰੀਕੇ ਦੇ ਕੋਈ ਵੀ ਜੁਰਿਸਡਿਕਸ਼ਨਲ ਕਲੈਸ਼ ਦੀ ਕੋਈ ਗੱਲਬਾਤ ਨਹੀਂ ਹੈ। ਸੋ ਵਾਸ਼ਿੰਗਟਨ ਪੋਸਟ ਦੀ ਜਿਹੜੀ ਖਬਰ ਸੀ, ਇੱਕ ਹਾਈਪੋਥੈਟੀਕਲ ਸੀ। ਆਰਸੀਐਮਪੀ, ਸਰੀ ਆਰਸੀਐਮਪੀ ਨੇ ਇਸ ਫੈਕਟ ਨੂੰ ਵੀ ਡਿਨਾਈ ਕੀਤਾ ਹੈ, ਇਸ ਨੂੰ ਵੀ ਮਿਸ ਇਨਫੋਰਮੇਸ਼ਨ ਦੱਸਿਆ ਹੈ। ਸਰੀ ਆਰਸੀਐਮਪੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਉਹ ਇਹ ਕਿਹਾ ਕਿ ਵਾਸ਼ਿੰਗਟਨ ਪੋਸਟ ਨੇ ਬਿਨਾਂ ਨਾਂ ਲਏ, ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ ਪੋਸਟ ਜਾਂ ਇੱਕ ਵਿਦੇਸ਼ੀ ਰਸਾਲੇ ਨੇ ਉਹਨਾਂ ਤੋਂ ਕੁਝ ਦੇਰ ਦਾ ਸਮਾਂ ਮੰਗਿਆ, ਅਗਲੇ ਦਿਨ ਦੀ ਡੈਡਲਾਈਨ ਦਿੱਤੀ। ਕੁਝ ਸਵਾਲ ਸਨ ਜੋ ਕਿ ਜਾਂਚ ਏਜੰਸੀ, ਜੋ ਕਿ ਆਰਸੀਐਮਪੀ ਨਹੀਂ ਹੈ ਬਲਕਿ ਆਈਹਿਟ ਹੈ, ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ, ਉਸ ਨੂੰ ਡਾਇਰੈਕਟਡ ਸਨ। ਇਹ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਮਿਲਿਆ ਨਹੀਂ, ਤੇ ਅਗਲੇ ਦਿਨ ਬਿਨਾਂ ਵੈਰੀਫਾਈ ਕੀਤੇ ਖਬਰ ਨੂੰ ਪ੍ਰਕਾਸ਼ਿਤ ਕਰਤਾ ਗਿਆ। ਅਖਬਾਰ ਦੇ ਇਸ ਆਰਟੀਕਲ ਦੇ ਵਿੱਚ ਖੁਲਾਸਿਆਂ ਦੀ ਲੜੀ ਦੇ ਵਿੱਚ ਜਿਹੜਾ ਤੀਸਰਾ ਖੁਲਾਸਾ, ਕਿਉਂਕਿ ਪਹਿਲੇ 2 ਖੁਲਾਸੇ ਡਿਨਾਈ ਹੋ ਚੁੱਕੇ ਨੇ, ਲੇਕਿਨ ਤੀਸਰਾ ਜਿਹੜਾ ਖੁਲਾਸਾ ਕੀਤਾ ਗਿਆ ਹੈ, ਉਹ ਇਹ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਉਸ ਰੂਟ ਜਿੱਥੋਂ ਕਿ ਹਮਲਾਵਰ ਭੱਜੇ, ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋਏ, ਜਾਂ ਪੋਸੀਬਲੀ ਜਿਸ ਰੂਟ ਤੋਂ ਆਏ,
ਤਕਰੀਬਨ 39 ਅਜਿਹੇ ਘਰ ਤੇ ਬਿਜ਼ਨਸ ਲੋਕੇਸ਼ਨ ਦੱਸੀਆਂ ਗਈਆਂ, ਯਾਨੀ ਕਿ ਕਮਰਸ਼ੀਅਲ ਦੁਕਾਨਾਂ ਵਗੈਰਾ ਸੀਗੀਆਂ, ਜਿਨ੍ਹਾਂ ਤੋਂ ਪੁਲਿਸ ਨੇ ਅਜੇ ਤੱਕ ਨਹੀਂ, ਜਾਂਚਕਰਤਾਵਾਂ ਨੇ ਅਜੇ ਤੱਕ ਪੁੱਛਗਿੱਛ ਹੀ ਨਹੀਂ ਕੀਤੀ। ਇਹ ਹੁਣ ਵਾਸ਼ਿੰਗਟਨ ਪੋਸਟ ਕਹਿੰਦੀ ਪਈ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਫੈਕਟ ਹੈ ਜਿਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਮਾਮਲਿਆਂ ਦੇ ਵਿੱਚ ਸਾਧਾਰਨ ਜਿਹੜੇ ਮਰਡਰ ਕੇਸਿਸ, ਹੋਮਿਸਾਈਡ ਦੇ ਕੇਸਿਸ ਹੁੰਦੇ ਨੇ, ਉਹਨਾਂ ਦੇ ਵਿੱਚ ਬਹੁਤ ਇੱਕ ਡਿਟੇਲਡ ਪ੍ਰੋਬ ਕੀਤੀ ਜਾਂਦੀ ਹੈ। ਇਸ ਚੀਜ਼ ਦੀ ਪੋਸੀਬਿਲਿਟੀ ਜਾਂਚਕਰਤਾਵਾਂ ਨੂੰ ਜੇ ਲੱਗਦਾ ਹੈ ਕਿ ਇਹਨਾਂ ਘਰਾਂ, ਇਹਨਾਂ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਜਾਂ ਇੱਥੋਂ ਪੁੱਛਗਿੱਛ ਹੋਣੀ ਚਾਹੀਦੀ ਸੀ, ਉਹ ਜ਼ਰੂਰ ਹਾਸਲ ਕਰਦੇ ਨੇ। ਸੋ ਮਚ ਸੋ ਕਿ ਇੱਕ ਸਾਧਾਰਨ ਜਿਹੜਾ ਐਕਸੀਡੈਂਟ ਹੁੰਦਾ, ਰੋਡ ਐਕਸੀਡੈਂਟ ਹੁੰਦਾ ਹੈ, ਉਸ ਕੇਸ ਦੇ ਵਿੱਚ ਵੀ ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇजेस ਖੰਗਾਲੀਆਂ ਜਾਂਦੀਆਂ ਨੇ। ਸੋ ਵਾਸ਼ਿੰਗਟਨ ਪੋਸਟ ਦਾ ਇਹ ਤੀਸਰਾ ਜਿਹੜਾ ਖੁਲਾਸਾ ਹੈ, ਇਸ ਦੇ ਵਿੱਚ ਵੀ ਮੈਨੂੰ ਕੋਈ ਜ਼ਿਆਦਾ ਵਜਨ ਨਹੀਂ ਲੱਗਦਾ। ਸੋ ਲੈ ਦੇ ਕੇ ਮੋਟੀ ਗੱਲ ਇਹ ਹੈ ਕਿ ਹਰਦੀਪ ਸਿੰਘ ਨਿੱਜਰ ਹੱਤਿਆ ਕਾਂਡ ਦੇ ਵਿੱਚ ਕਿਉਂਕਿ ਇਨਫੋਰਮੇਸ਼ਨ ਬਹੁਤ ਹੀ ਲਿਮਿਟਿਡ ਜਾਂਚਕਰਤਾਵਾਂ ਨੇ ਅੱਜ ਤੱਕ 3-3.5 ਮਹੀਨਿਆਂ ਵਿੱਚ ਜਾਰੀ ਕੀਤੀ ਹੈ, ਤੇ ਮਿਸ ਇਨਫੋਰਮੇਸ਼ਨ ਜ਼ਿਆਦਾ ਪਬਲਿਕ ਡੋਮੇਨ ਦੇ ਵਿੱਚ। ਇਹੀ ਕਾਰਨ ਹੈ ਕਿ ਕਦੇ ਤਾਂ ਸੀਬੀਸੀ ਜਿਹੜਾ ਪਬਲਿਕ ਬ੍ਰੌਡਕਾਸਟਰ ਕੈਨੇਡਾ ਦਾ ਹੈ, ਉਹ ਸੋਰਸਾਂ ਦੇ ਜ਼ਰੀਏ ਬਥੇਰੀਆਂ ਜਿਹੀਆਂ ਰਿਪੋਰਟਸ ਛਾਪ ਰਿਹਾ, ਜਾਂ ਸ਼ਾਇਦ ਉਹਨਾਂ ਨੂੰ ਕੁਝ ਇਸ ਤਰੀਕੇ ਦੀਆਂ ਲੀਡਸ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਣ। ਦੂਸਰੇ ਪਾਸੇ ਵਾਸ਼ਿੰਗਟਨ ਪੋਸਟ ਵਰਗੇ ਰਸਾਲੇ ਅਮਰੀਕਾ ਤੋਂ ਬੈਠ ਕੇ ਖਬਰਾਂ ਛਾਪ ਰਹੇ ਨੇ, ਜੋ ਕਿ ਬਾਅਦ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਕਫੇ ਦੌਰਾਨ ਡਿਨਾਈ ਕਰਤੀਆਂ ਜਾਂਦੀਆਂ ਨੇ। ਤੇ ਉਸ ਤੋਂ ਇਲਾਵਾ ਇੱਕ ਤੀਸਰਾ ਜਿਹੜਾ, ਜਿਸ ਨੂੰ ਮੈਂ ਮਿਸ ਇਨਫੋਰਮੇਸ਼ਨ ਨਹੀਂ ਕਹਾਂਗਾ, ਇਹ ਮਿਸ ਇਨਫੋਰਮੇਸ਼ਨ ਦੇ ਕੇਸਿਸ ਨੇ। ਮਿਸ ਇਨਫੋਰਮੇਸ਼ਨ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਝੂਠੀ ਤੇ ਇਨਐਕੂਰੇਟ ਇਨਫੋਰਮੇਸ਼ਨ ਦੇ ਦਿੰਦੇ ਹਾਂ ਪਬਲਿਕ ਮੀਡੀਆ ਜਾਂ ਪਬਲਿਕ ਡੋਮੇਨ ਦੇ ਉੱਤੇ, ਤੇ ਜਿਸ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਡੀ ਇੰਟੈਂਸ਼ਨ ਮਾੜੀ ਹੋਵੇ, ਮੈਲਾਫਾਈਡ ਹੋਵੇ। ਪੋਸੀਬਲ ਹੈ ਕਿ ਵਾਸ਼ਿੰਗਟਨ ਪੋਸਟ, ਕਿਉਂਕਿ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਕਿ ਆਈ ਹਿੱਟ ਤੇ ਇੱਥੇ ਜਾਂਚਕਰਤਾ ਬਹੁਤ ਹੀ ਓਪੇਕ ਇਨਵੈਸਟੀਗੇਸ਼ਨ ਹੈ, ਟਰਾਂਸਪੇਰੈਂਸੀ ਨਹੀਂ ਹੈ, ਪਾਰਦਰਸ਼ਿਤਾ ਨਹੀਂ ਹੈ। ਜਿਸ ਤਰੀਕੇ ਦੇ ਨਾਲ ਜਿੱਦਾਂ ਇੰਟਰਸਟ ਲੋਕਾਂ ਦਾ ਹੈ, ਜਿੰਨਾ ਉਹ ਜਾਣਨਾ ਚਾਹੁੰਦੇ ਨੇ ਇਸ ਹੱਤਿਆਕਾਂਡ, ਜਿਸਨੇ ਕਿ ਆਪਸ ਦੇ ਵਿੱਚ ਦੋ ਮੁਲਕਾਂ ਨੂੰ ਆਪਸ ਦੇ ਵਿੱਚ ਭਿੜਵਾਤਾ ਹੈ, ਸੋ ਉਸ ਅਨੁਪਾਤ ਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਨਹੀਂ ਰਹੀ ਹੈ। ਸੋ ਫਿਰ ਉਸ ਹਾਲਾਤਾਂ ਦੇ ਵਿੱਚ ਜਿਹੜੇ ਖੁਲਾਸੇ ਕੀਤੇ ਜਾ ਰਹੇ ਨੇ, ਜਾਂ ਫਿਰ ਕਹਿ ਲਈ ਕਿ ਗੁਰਦੁਆਰਾ ਸਾਹਿਬ ਦੇ ਕੁਝ ਨੁਮਾਇੰਦੇ ਜਿਨ੍ਹਾਂ ਨੂੰ ਕੋਟ ਕੀਤਾ ਗਿਆ ਹੈ ਇਸ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਵਿੱਚ, ਉਹਨਾਂ ਦੇ ਜ਼ਰੀਏ ਕੁਝ ਇਨਫੋਰਮੇਸ਼ਨ ਆਈ, ਕੁਝ ਅਜਿਹੀਆਂ ਕਹੀਆਂ ਸੁਣੀਆਂ ਗੱਲਾਂ ਨੂੰ ਵੀ ਅਜਿਹੀਆਂ ਰਿਪੋਰਟਾਂ ਦਾ ਆਧਾਰ ਬਣਾਤਾ ਜਾਂਦਾ ਹੈ। ਸੋ ਗਲਤ ਤੇ ਇਨਐਕੂਰੇਟ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਹੁੰਦੀ ਹੈ, ਲੇਕਿਨ ਦੂਸਰੇ ਪਾਸੇ ਇੱਕ ਡਿਸਇਨਫੋਰਮੇਸ਼ਨ ਦਾ ਕੈਂਪੇਨ ਚਲਾਇਆ ਜਾਂਦਾ ਹੈ। ਭਾਰਤ ਦੇ ਵਿੱਚੋਂ ਜਿਹੜੀ ਖਬਰਾਂ ਇਸ ਵਕਤ ਓਰੀਜਿਨੇਟ ਕਰ ਰਹੀਆਂ ਨੇ, ਮੈਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰ ਰਿਹਾ, ਮੈਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਕਿਸੇ, ਅੱਜ ਵੀ ਜੇ ਆਪਾਂ ਸੀਬੀਸੀ ਨਿਊਜ਼ ਦੀ ਗੱਲ ਇੱਥੇ ਕੈਨੇਡਾ 'ਚ ਕਰਦੇ ਹਾਂ, ਵਾਸ਼ਿੰਗਟਨ ਪੋਸਟ ਦੀ ਗੱਲ ਆਪਾਂ ਅਮਰੀਕਾ ਦੇ ਵਿੱਚ ਕਰਦੇ ਪਏ ਹਾਂ, ਤੇ ਭਾਰਤ ਦੇ ਵਿੱਚ ਵੀ ਚੰਗੇ ਜਿਹੜੇ ਨੈਟਵਰਕ ਹੈਗੇ ਨੇ, 18 ਨੈਟਵਰਕ ਹੈ ਜਾਂ ਹੋਰ ਵੱਡੇ ਨੈਟਵਰਕ ਹੈਗੇ ਨੇ, ਉਹਨਾਂ ਦੇ ਬੁਲਾਰੇ ਜਾਂ ਉਹਨਾਂ ਦੇ ਮੰਚਾਂ ਤੋਂ ਜਿਹੜੇ ਲੋਕ ਬੈਠ ਕੇ ਆਪਣੀ ਸਟੇਟਮੈਂਟਸ ਦੇ ਰਹੇ ਨੇ। ਮਿਸਾਲ ਦੇ ਤੌਰ ਤੇ ਕੋਈ ਦੀਪਕ ਵੋਰਾ ਨਾਂ ਦੇ ਇੱਕ ਬਿਊਰੋਕਰੈਟ, ਫਾਰਮਰ ਡਿਪਲੋਮੈਟ ਰਹੇ ਹੈਗੇ ਨੇ, ਜਿਨ੍ਹਾਂ ਨੇ ਇੱਕ ਬੜੀ ਵੱਡੀ ਗੱਲ ਕਹੀ। ਹਾਲਾਂਕਿ ਉਹਨਾਂ ਨੇ ਇੱਕ ਟੀਚਰ ਤੇ ਟੌਂਟ ਕਰਕੇ ਕਿਹਾ ਕਿ ਕ੍ਰੈਡੀਬਲ ਐਵੀਡੈਂਸ ਜਾਂ ਕ੍ਰੈਡੀਬਲ ਐਲੀਗੇਸ਼ਨ ਜਿਵੇਂ ਜਸਟਿਨ ਟਰੂਡੋ ਨੇ ਲਗਾਏ ਭਾਰਤ ਉੱਤੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ, ਉਹਨਾਂ ਦਾ ਤਾਂ ਮਤਲਬ ਕ੍ਰੈਡੀਬਲ ਐਵੀਡੈਂਸ ਤਾਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਜਹਾਜ਼ ਦੇ ਵਿੱਚੋਂ ਕੋਕੇਨ ਵਗੈਰਾ ਬਰਾਮਦ ਕੀਤੀ ਗਈ। ਸੋ ਇਸ ਤਰੀਕੇ ਦੀ ਹਾਈਪੋਥੈਟੀਕਲ ਜਿਹੜੀਆਂ ਗੱਲਾਂ ਬਾਤਾਂ ਭਾਰਤੀ ਮੀਡੀਆ ਦੇ ਵਿੱਚ ਨਸ਼ਰ ਕੀਤੀਆਂ ਗਈਆਂ ਜਾਂ ਕੀਤੀਆਂ ਜਾ ਰਹੀਆਂ ਨੇ, ਦੈਟ ਇਜ਼ ਅ ਸਿਸਟੈਮਿਕ ਡਿਸਇਨਫੋਰਮੇਸ਼ਨ। ਇੱਕ ਮੈਂ ਖਬਰ ਦੇਖੀ ਜਿਸ ਵਿੱਚ ਕਿ ISI ਦੇ ਕੁਝ ਏਜੰਟ ਜੋ ਕਿ ਕੈਨੇਡਾ ਦੇ ਵਿੱਚ ਬੇਸ ਹੈਗੇ ਨੇ, ਉਹਨਾਂ ਦੇ ਉੱਤੇ ਐਟਰੀਬਿਊਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹੀ ਮੀਡੀਆ, ਯਾਨੀ ਕਿ ਮੈਂ ਇਹ ਮੀਡੀਆ ਨੂੰ ਗੋਦੀ ਮੀਡੀਆ ਦੀ ਕੈਟਾਗਰੀ ਵਿੱਚ ਮੰਨਦਾ, ਠੀਕ ਹੈ। ਇਸ ਮਾਮਲੇ ਦੇ ਵਿੱਚ ਕੈਨੇਡੀਅਨ ਮੀਡੀਆ CBC ਨਿਊਜ਼ ਕੁਝ ਅਜਿਹੀਆਂ ਖਬਰਾਂ, ਸੋਰਸ ਰਿਪੋਰਟ ਜਿਨ੍ਹਾਂ ਨੂੰ ਕੋਟ ਨਹੀਂ ਕਰ ਪਾ ਰਿਹਾ, ਐਟਰੀਬਿਊਟ ਨਹੀਂ ਕਰ ਪਾ ਰਿਹਾ ਅਥਾਰਟੀਜ਼ ਦੇ ਜ਼ਰੀਏ, ਜਾਂ ਫਿਰ ਵਾਸ਼ਿੰਗਟਨ ਪੋਸਟ ਜੇ ਇਸ ਤਰੀਕੇ ਦੀਆਂ ਗਲਤ ਤੇ ਝੂਠੀਆਂ ਇਨਫੋਰਮੇਸ਼ਨ ਖਬਰਾਂ ਫੈਲਾ ਰਿਹਾ ਜਾਂ ਉਹਨਾਂ ਨੂੰ ਨਸ਼ਰ ਕਰਦਾ ਪਿਆ, ਤਾਂ ਆਪਾਂ ਉਸ ਨੂੰ ਫਲੈਗ ਕਰ ਰਹੇ ਹਾਂ। ਲੇਕਿਨ ਭਾਰਤ ਦੇ ਵਿੱਚੋਂ ਵੀ ਇੱਕ ਡਿਸਇਨਫੋਰਮੇਸ਼ਨ ਦਾ ਸਿਸਟੈਮਿਕ ਕੈਂਪੇਨ ਹੈ, ਕਿਉਂਕਿ ਇੱਥੋਂ ਦੀ ਜ਼ਮੀਨੀ ਲੈਵਲ ਦੀ ਜਿਹੜੀ ਜਾਣਕਾਰੀ ਉਹਨਾਂ ਕੋਲ ਮਿਲ ਨਹੀਂ ਪਾ ਰਹੀ ਹੈ। ਉਹਨਾਂ ਦੇ ਜਿਹੜੇ ਸੋਰਸਿਸ ਜਾਂ ਰਿਸੋਰਸਿਸ ਇੱਥੇ ਨੇ ਕਿੰਨੇ ਕੁ ਕਾਰਗਰ ਨੇ, ਇਸ ਬਾਰੇ ਪਤਾ ਨਹੀਂ ਲੱਗ ਰਿਹਾ। ਲੇਕਿਨ ਦੂਸਰੇ ਪਾਸੇ ਬਹੁਤ ਵੱਡੇ ਖੁਲਾਸੇ ਜਾਂ ਦਾਅਵੇ ਜਿਹੜੇ ਕੁਝ ਪੈਨਲਿਸਟ ਬੈਠ ਕੇ ਕਰ ਦਿੰਦੇ ਨੇ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਕਲਿੱਪਸ ਬਣਾ ਕੇ ਉਹਨਾਂ ਨੂੰ ਵਾਇਰਲ ਕਰਤਾ ਜਾਂਦਾ ਹੈ। ਇੱਕ ਤਰੀਕੇ ਦਾ ਪ੍ਰੋਪੇਗੈਂਡਾ ਹੈ, ਉਹ ਸ਼ੁਰੂ ਹੋ ਚੁੱਕਾ ਹੈ। ਸੋ ਆਪਾਂ ਇਸ ਪੂਰੇ ਦੇ ਪੂਰੇ ਹਰਦੀਪ ਸਿੰਘ ਨਿੱਜਰ ਹੱਤਿਆਕਾਂਡ ਤੇ ਉਸ ਦਾ ਜਿਹੜਾ ਸੀਕੁਅਲ ਹੈ, ਯਾਨੀ ਕਿ ਉਸ ਤੋਂ ਬਾਅਦ ਦੀਆਂ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਆਪਸ ਦੇ ਵਿੱਚ ਦੋਵੇਂ ਮੁਲਕਾਂ ਦੇ ਸੰਬੰਧਾਂ ਦੇ ਵਿੱਚ ਇੱਕ ਖਰਾਬੀ ਆਈ ਹੈ, ਇੱਕ ਦੂਸਰੇ ਉੱਤੇ ਇਲਜ਼ਾਮ, ਦੂਸ਼ਣ ਤੇ ਕਾਊਂਟਰ ਐਲੀਗੇਸ਼ਨ ਦਾ ਜਿਹੜਾ ਦੌਰ ਚੱਲਿਆ ਹੈ, ਇਸ ਦੇ ਵਿੱਚ ਹੁਣ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਜ਼ਿਆਦਾ ਦੇਖ ਰਹੇ ਹਾਂ। ਕੁਝ ਹੱਦ ਤੱਕ ਮੈਂ ਮੰਨਦਾ ਕਿ ਓਨਸ ਜਿਹੜਾ ਹੈ, ਯਾਨੀ ਕਿ ਜ਼ਿੰਮੇਵਾਰੀ ਕੈਨੇਡੀਅਨ ਅਥਾਰਟੀਜ਼ ਦੇ ਉੱਤੇ ਇੰਨੀ ਜ਼ਰੂਰ ਬਣਦੀ ਹੈ ਕਿ ਉਹ ਇਸ ਬਹੁਤ ਹੀ ਸੈਂਸਿਟਿਵ ਮਾਮਲੇ ਦੇ ਵਿੱਚ, ਸੈਂਸਿਟਿਵ ਵੀ ਕਹਾਂਗਾ ਤਾਂ ਐਟ ਦ ਸੇਮ ਪੁਆਇੰਟ ਇਨ ਟਾਈਮ ਜਿਸ ਦੇ ਵਿੱਚ ਪਬਲਿਕ ਦਾ ਐਡਾ ਇੰਟਰਸਟ ਹੈ, ਪਬਲਿਕ ਦੀ ਐਡੀ ਰਿਕੁਆਇਰਮੈਂਟ ਹੈ। ਜਦੋਂ ਅਸੀਂ ਸਿੱਧੂ ਮੂਸੇਵਾਲਾ ਕਤਲ ਦੀ ਗੱਲ ਕਰਦੇ ਹਾਂ, ਕਿਸੇ ਵੀ ਹਾਈ ਪ੍ਰੋਫਾਈਲ ਮਰਡਰ ਕੇਸ ਦੀ ਗੱਲ ਕਰ ਰਹੇ ਹਾਂ ਜੋ ਕਿ ਭਾਰਤ ਦੇ ਵਿੱਚ ਜਾਂ ਕਿਸੇ ਵੀ ਹੋਰ ਮੁਲਕ ਦੇ ਵਿੱਚ ਹੋਇਆ ਹੋਵੇ, ਉਹਨਾਂ ਕੇਸਾਂ ਦੇ ਮੁਤਲਕ ਸਾਨੂੰ ਜਾਣਕਾਰੀ ਲੈਣ ਦੀ, ਸੂਚਨਾ ਨੂੰ ਹਾਸਲ ਕਰਨ ਦੀ ਤਾਂਘ ਹੁੰਦੀ ਹੈ। ਮਾਮਲੇ ਦੇ ਵਿੱਚ ਥੋੜੀ ਵੀ ਦੇਰੀ ਹੋਵੇ ਤਾਂ ਅਸੀਂ तमाम ਕਿਸਮ ਦੇ ਐਲੀਗੇਸ਼ਨ ਜਾਂਚਕਰਤਾਵਾਂ ਉੱਤੇ ਲਾਣੇ ਸ਼ੁਰੂ ਕਰ ਦਿੰਦੇ ਹਾਂ, ਪੁਲਿਸ ਦੇ ਉੱਤੇ ਸਵਾਲ ਖੜੇ ਕਰ ਦਿੰਦੇ ਨੇ। ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਆਪਾਂ ਵੇਖਿਆ, ਬੇਸ਼ੱਕ ਸਾਰੇ ਸ਼ੂਟਰ ਫੜੇ ਗਏ, ਲੇਕਿਨ ਅੱਜ ਤੱਕ ਇਲਜ਼ਾਮ ਪੁਲਿਸ ਦੇ ਉੱਤੇ ਲੱਗ ਰਹੇ ਨੇ ਕਿ ਇਨਸਾਫ ਨਹੀਂ ਮਿਲ ਪਾ ਰਿਹਾ,
ਜਾਂਚ ਏਜੰਸੀਆਂ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ। ਪੁਲਿਸ ਨੇ 3 ਰਾਜਾਂ ਦੀ ਪੁਲਿਸ ਨੇ ਸਣੇ NIA, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ, ਪੰਜਾਬ ਪੁਲਿਸ, AGTF, ਮਾਨਸਾ ਪੁਲਿਸ, ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾ ਕੇ ਲਗਭਗ ਸਾਰੇ ਲੋਕਾਂ ਨੂੰ ਫੜ ਲਿਆ, ਲੇਕਿਨ ਫਿਰ ਵੀ ਪਰਿਵਾਰ ਡਿਸਸੈਟਿਸਫਾਈਡ ਹੈ। ਸੋ ਇਹ ਚੀਜ਼ ਕਾਫੀ ਸੁਭਾਵਿਕ ਹੈ ਕਿ ਜਦੋਂ ਹਾਈ ਪ੍ਰੋਫਾਈਲ ਕੇਸਿਸ ਇਸ ਤਰੀਕੇ ਦੇ ਮਾਮਲੇ ਹੁੰਦੇ ਨੇ ਤਾਂ ਇਨਫੋਰਮੇਸ਼ਨ ਦਾ ਜਿਹੜਾ ਫਲੋ ਹੈ ਉਸ ਨੂੰ ਮੇਨਟੇਨ ਕਰੇ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੋ ਜਿਹੜੀਆਂ ਚੀਜ਼ਾਂ ਜੇ ਐਕਸੈਪਟ ਨਹੀਂ ਕੀਤੀਆਂ ਜਾ ਸਕਦੀਆਂ, ਉਹਨਾਂ ਦੇ ਖੁਲਾਸੇ ਪਬਲਿਕ ਡੋਮੇਨ ਦੇ ਵਿੱਚ ਨਹੀਂ ਕੀਤੇ ਜਾ ਸਕਦੇ, ਉਹਨਾਂ ਨੂੰ ਨਾਲ ਦੇ ਨਾਲ ਡਿਨਾਈ ਕਰਨ ਦੀ ਲੋੜ ਹੈ ਤੇ ਲੋਕਾਂ ਨੂੰ ਜਿਸ ਹੱਦ ਤੱਕ ਹੋ ਸਕੇ ਸੰਭਵ ਉਹਨਾਂ ਨੂੰ ਇਨਫੋਰਮ ਰੱਖਣਾ ਜ਼ਰੂਰੀ ਹੈ। ਕੈਨੇਡਾ ਦਾ ਦੁਖਾਂਤ ਇਹ ਰਿਹਾ ਹੈ ਕਿ ਇੱਥੇ ਜਿਹੜੀ ਇਨਫੋਰਮੇਸ਼ਨ ਆਪਸ ਦੇ ਵਿੱਚ ਫਲੋ ਹੋਈ ਹੈ, ਆਪਾਂ ਪਿਛਲੇ ਹਫਤੇ ਰਿਪੋਰਟ ਕੀਤੀ ਸੀ, ਪ੍ਰੀਮੀਅਰ ਡੇਵਿਡ ਈਬੀ ਕੁਝ ਦਿਨ ਪਹਿਲਾਂ ਆਪਣੀ ਰਿਪੋਰਟ ਆਈ ਹੈ ਜਿਸ ਵਿੱਚ ਕਿ ਉਹਨਾਂ ਨੇ ਕੱਲ ਇਹ ਗੱਲ ਦੁਬਾਰਾ ਆਟੋਵਾ ਦੇ ਵਿੱਚ ਦੁਹਰਾਈ ਹੈ ਕਿ ਸਾਨੂੰ ਇਨਫੋਰਮੇਸ਼ਨ ਮਿਲ ਨਹੀਂ ਪਾ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਸੀਸਿਸ ਦਾ ਐਕਟ ਹੈ, ਆਪਾਂ ਪਿਛਲੀ ਰਿਪੋਰਟ ਦੇ ਵਿੱਚ ਜ਼ਿਕਰ ਕਰਤਾ ਸੀ ਕਿ ਜਿਹੜੀ ਖੁਫੀਆ ਏਜੰਸੀ ਨੂੰ ਗਵਰਨ ਕਰਦਾ ਐਕਟ, ਉਹ ਸ਼ਾਇਦ ਪ੍ਰੋਵਿੰਸਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਰੋਕਦਾ, ਬਲੌਕ ਕਰਦਾ। ਲੇਕਿਨ ਇੱਥੇ ਵੱਡਾ ਕੰਸਰਨ ਇਹ ਹੈ ਜੋ ਡੇਵਿਡ ਈਬੀ ਪ੍ਰੀਮੀਅਰ ਨੇ ਕਿਹਾ ਕਿ ਜੇ ਸਾਨੂੰ ਇਨਫੋਰਮੇਸ਼ਨ ਜਾਂ ਖੁਫੀਆ ਇਨਫੋਰਮੇਸ਼ਨ ਮਿਲ ਹੀ ਨਹੀਂ ਪਾਏਗੀ ਤਾਂ ਅਸੀਂ ਆਪਣੇ ਨਾਗਰਿਕਾਂ ਨੂੰ ਬਚਾ ਕਿਵੇਂ ਪਾਵਾਂਗੇ। ਪਬਲਿਕ ਜਿਹੜੀ ਸੇਫਟੀ ਹੈ ਉਹ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਕਿੰਨੀ ਹੈ ਨਹੀਂ ਹੈ ਤਾਂ ਨਹੀਂ ਪਤਾ, ਲੇਕਿਨ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਪਬਲਿਕ ਸੇਫਟੀ ਇੱਕ ਬੜਾ ਵੱਡਾ ਇਸ਼ੂ ਹੈ। ਕਿਸੇ ਨਾਗਰਿਕ ਨੂੰ ਸੰਭਾਵਿਤ ਖਤਰੇ ਦੀ ਜੇ ਇਨਫੋਰਮੇਸ਼ਨ, ਖੁਫੀਆ ਜਾਣਕਾਰੀ ਹੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਨਹੀਂ ਮਿਲੇਗੀ ਤਾਂ ਫਿਰ ਉਸ ਸਥਿਤੀ ਦੇ ਵਿੱਚ ਉਸ ਵਿਅਕਤੀ ਨੂੰ ਬਚਾਉਣ ਦੇ ਮੁਤਲਕ ਕੀ ਕਦਮ ਚੁੱਕੇ ਜਾਣਗੇ, ਪੁੱਟੇ ਜਾਣਗੇ। ਮੈਂ ਪਿਛਲੀ ਰਿਪੋਰਟ ਦੇ ਵਿੱਚ ਸਵਾਲ ਚੁੱਕੇ ਸੀ। ਸੋ ਇਨਫੋਰਮੇਸ਼ਨ ਦੇ ਫਲੋ ਦਾ ਸਾਰਾ ਰੇੜਕਾ ਹੈ, ਕ੍ਰਾਈਸਿਸ ਹੈ। ਅੱਜ ਪ੍ਰੋਵਿੰਸ ਦਾ ਜਿਹੜਾ ਪ੍ਰੀਮੀਅਰ ਹੈ ਉਸ ਨੂੰ ਇਨਫੋਰਮੇਸ਼ਨ ਨਹੀਂ ਮਿਲ ਪਾ ਰਹੀ, ਮੀਡੀਆ ਨੂੰ ਸਹੀ ਇਨਫੋਰਮੇਸ਼ਨ ਨਹੀਂ ਮਿਲ ਪਾ ਰਹੀ ਤਾਂ ਮੀਡੀਆ ਉਲਝਲੂਲ ਚੀਜ਼ਾਂ ਲਿਖ ਦਿੰਦਾ, ਬਾਅਦ ਦੇ ਵਿੱਚ ਫਿਰ RCMP ਤੇ ਆਈ ਹਿੱਟ ਉਸ ਨੂੰ ਡਿਨਾਈ ਕਰਦੇ ਫਿਰਦੇ ਨੇ। ਸੋ ਆਈ ਥਿੰਕ ਇਟ ਇਜ਼ ਇਨ ਦ ਲਾਰਜਰ ਇੰਟਰਸਟ ਕਿ ਜਿਹੜੇ ਇਨਵੈਸਟੀਗੇਟਰਸ ਹੈਗੇ ਨੇ ਉਹ ਥੋੜਾ ਜਿਹਾ ਖੁੱਲ ਕੇ ਕੰਮ ਕਰਨ। ਆਈ ਅੰਡਰਸਟੈਂਡ ਲੋਕ ਬਹੁਤ ਕੰਪੈਰੀਜ਼ਨ ਕਰ ਦਿੰਦੇ ਨੇ ਕਿ ਕੈਨੇਡਾ ਦਾ ਸਿਸਟਮ ਐਵੇਂ ਨਹੀਂ ਕੰਮ ਕਰਦਾ, ਯੂਰੋਪੀਅਨ ਕੰਟਰੀਜ਼ ਐਵੇਂ ਨਹੀਂ ਕੰਮ ਕਰਦੇ, ਕਮੈਂਟਾਂ ਦੇ ਵਿੱਚ ਮੈਂ ਬਹੁਤ ਵੇਖਦਾ ਹਾਂ। ਸੋ ਜੇ ਕੰਮ ਨਹੀਂ ਕਰਦੇ ਤਾਂ ਫਿਰ ਉਹਨਾਂ ਮਾਪਦੰਡਾਂ ਤੋਂ ਆਪਾਂ ਇੰਡੀਆ ਦੇ ਸਿਸਟਮ ਜਾਂ ਇੰਡੀਆ ਦੇ ਵਿੱਚ ਹੋਈਆਂ ਵਾਰਦਾਤਾਂ ਦੇ ਵਿੱਚ ਸਾਡੇ ਐਕਸਪੈਕਟੇਸ਼ਨ ਦੇ ਜਿਹੜੇ ਪੈਰਾਮੀਟਰਸ ਨੇ, ਮਾਪਦੰਡ ਨੇ, ਵੱਖਰੇ ਹੁੰਦੇ ਨੇ। ਸਾਨੂੰ ਮਿੰਟਾਂ, ਸਕਿੰਟਾਂ, ਦਿਨਾਂ, ਘੰਟਿਆਂ, ਹਫ਼ਤਿਆਂ, ਮਹੀਨਿਆਂ ਦੇ ਵਿੱਚ ਜਾਂਚਾਂ ਨੂੰ ਕਿਤੇ ਨਾ ਕਿਤੇ ਸਿੱਟੇ ਤੇ ਪਹੁੰਚਾਉਣ ਦਾ ਕਾਹਲੀ ਹੁੰਦੀ ਹੈ ਤੇ ਅਸੀਂ ਉਸ ਲਈ ਆਪਣੀ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਜ਼ਿੰਮੇਵਾਰ ਵੀ ਮੰਨਦੇ ਹਾਂ, ਉਹਨਾਂ ਨੂੰ ਭੰਡਣ ਦੇ ਵਿੱਚ ਵੀ ਕੋਈ ਅਸਰ ਨਹੀਂ ਛੱਡਦੇ। ਤੇ ਜਦੋਂ ਇੱਥੇ ਇਨਫੋਰਮੇਸ਼ਨ ਦਾ ਫਲੋ ਹੀ ਬਹੁਤ ਘੱਟ ਹੈ, ਉਸ ਸਥਿਤੀ ਦੇ ਵਿੱਚ ਫਿਰ ਕਿਆਸ ਲੱਗਣਗੇ, ਤੀਰ ਨਹੀਂ ਤਾਂ ਤੁੱਕੇ ਲੱਗਣਗੇ ਤੇ ਮਿਸ ਇਨਫੋਰਮੇਸ਼ਨ ਲੋਕਾਂ ਦੇ ਵਿੱਚ ਫੈਲੇਗੀ, ਜੋ ਕਿ ਕੈਨੇਡਾ ਦੇ ਪੁਆਇੰਟ ਆਫ ਵਿਊ ਨਾਲ ਫੈਲਦੀ ਪਈ ਹੈ। ਭਾਰਤ ਦੇ ਜ਼ਰੀਏ ਇੱਕ ਡਿਸਇਨਫੋਰਮੇਸ਼ਨ ਫੈਲਦੀ ਪਈ ਹੈ। ਉੱਥੋਂ ਦਾ ਮੀਡੀਆ, ਮੈਂ ਤਾਂ ਕਹਾਂਗਾ ਕਿ not by default necessarily but by design ਵੀ ਉਹ ਲੋਕ ਉਸੇ ਤਰੀਕੇ ਦੀ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਦੇਣਾ ਚਾਹ ਰਹੇ ਨੇ ਜੋ ਕਿ ਭਾਰਤੀ ਨੈਰੇਟਿਵ ਨੂੰ ਸੂਟ ਕਰਦੀ ਪਈ ਹੈ। ਸੋ ਇਸ ਪੂਰੇ ਦੇ ਪੂਰੇ ਦੋਵੇਂ ਮੁਲਕਾਂ ਦੇ ਆਪਸੀ ਰੇੜਕੇ, ਕੂਟਨੀਤਿਕ ਕਹਿ ਲਈਏ, ਡਿਪਲੋਮੈਟਿਕ ਰੇੜਕੇ ਦੇ ਵਿੱਚ ਇੱਕ ਜਾਂਚ, ਇੱਕ ਮਰਡਰ ਕੇਸ ਦੀ ਇਨਵੈਸਟੀਗੇਸ਼ਨ ਕਿਵੇਂ ਸਫਰ ਕਰਦੀ ਪਈ ਹੈ ਇਸ ਮਿਸ ਇਨਫੋਰਮੇਸ਼ਨ ਅਤੇ ਡਿਸਇਨਫੋਰਮੇਸ਼ਨ ਦੇ ਜ਼ਰੀਏ ਜਾਂ ਤੋਂ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇਸੇ ਚੀਜ਼ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ, ਐਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਫਿਰ ਛੇਤੀ ਹੁੰਦੀ ਹੈ ਮੁਲਾਕਾਤ ਤੇ ਕੁਝ ਹੋਰ ਇੰਪੋਰਟੈਂਟ ਸੀਰੀਜ਼ ਹੈਗੀਆਂ ਨੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਸਟੇ ਟਿਊਨ, ਰਿਤੇਸ਼ ਲਖੀਆਨ ਪਲੱਗ ਨਾਲ ਜੁੜੇ ਰਹੋ, ਫਿਰ ਹੁੰਦੀ ਹੈ ਮੁਲਾਕਾਤ।